ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਹੈ ਪ੍ਰੇਮ ਕਣੀ। ਪਹਿਲਾ ਭਾਗ। ਸੋ ਜਾਣੈ ਜਿਨ ਚਾਖਿਆ हर नाम अमूला, दरिया की लहर से मौज उठी और उल्ट के बहर को कहने लगी, मैं थी तुझसे और तुझ में फना, मैं और नहीं तू और नहीं। हरिद्वार तो कोई 8 ਕੁ ਮੀਲ ਦੇ ਫਾਸਲੇ 'ਤੇ ਗੰਗਾ 'ਚ ਇੱਕ ਹੋਰ ਛੋਟੀ ਜਿਹੀ ਨਦੀ ਆ ਕੇ ਮਿਲਦੀ ਹੈ, ਜਿਸ ਦਾ ਨਾਂ ਰਾਮ ਗੰਗਾ ਹੈ। ਇਹਦਾ ਜਲ ਅਤੀ ਨਿਰਮਲ ਹੈ ਅਤੇ ਗੰਗਾ ਨਾਲੋਂ ਬਹੁਤ ਸ਼ਾਂਤ ਅਤੇ ਧੀਰਜ ਨਾਲ ਵਗਦੀ ਹੈ। ਸੰਗਮ ਤੋਂ ਕੋਈ ਫਰਲਾਂਗ ਕੁ ਤਾਂ ਰਾਮ ਗੰਗਾ ਦੇ ਕੰਢੇ 'ਤੇ ਇੱਕ ਮਾੜੀ ਜਿਹੀ ਕੁਟੀਆ ਹੈ। ਇਸ ਕੁਟੀਆ 'ਚ ਇੱਕ ਨੌਜਵਾਨ ਸਾਧੂ ਵਸਦਾ ਹੈ, ਜਿਸ ਦੀ ਆਮ ਸਾਧੂਆਂ ਅਤੇ ਗ੍ਰਸਤੀਆਂ 'ਚ ਬਹੁਤ ਸ਼ੋਭਾ ਹੈ। ਸਾਧੂ ਦੀ ਆਰਬਲਾ ਕੋਈ 30 ਕੁ ਸਾਲ ਦੀ ਹੈ। ਸਰੀਰ ਪਤਲਾ, ਕੱਦ ਲੰਬਾ, ਮੱਥਾ ਚੌੜਾ, ਭਵਾਂ ਅਤੇ ਅੱਖਾਂ ਮਸਤ ਅਤੇ ਰਸੀਲੀਆਂ ਹਨ। 8 ਕੁ ਸਾਲ ਤੋਂ ਇਹ ਮਹਾਤਮਾ ਇਸ ਝੁੱਗੀ 'ਚ ਰਹਿੰਦਾ ਹੈ। ਲੋਕਾਂ ਵਿੱਚ ਆਮ ਮਸ਼ਹੂਰ ਹੈ ਕਿ ਇਹ ਨੌਜਵਾਨ ਸਾਧੂ ਇੱਕ ਕਾਲਜ 'ਚ ਵਿੱਦਿਆ ਪ੍ਰਾਪਤ ਕਰਦਾ ਸੀ। ਇਸ ਨੂੰ ਮਹਾਤਮਾ ਪਰਮਹੰਸ ਜੀ ਦੇ ਦਰਸ਼ਨ ਹੋਏ ਅਤੇ ਚਿੱਤ 'ਚ ਐਸਾ ਵੈਰਾਗ ਪੈਦਾ ਹੋਇਆ ਕਿ ਘਰ ਅਤੇ ਵਿੱਦਿਆ ਛੱਡ ਕੇ ਮਹਾਤਮਾ ਜੀ ਨਾਲ ਹੋ ਤੁਰਿਆ। ਮਾਤਾ ਪਿਤਾ ਨੇ ਵਾਪਸ ਲਿਜਾਣ ਲਈ ਬਹੁਤ ਯਤਨ ਕੀਤੇ, ਪਰ ਨਿਸਫਲ। ਇੱਕ ਵੇਰੀ ਜਦ ਮਹਾਤਮਾ ਪਰਮਹੰਸ ਕਨਖਲ 'ਚ ਉਤਰੇ ਹੋਏ ਸਨ ਤਾਂ ਇਸ ਨੌਜਵਾਨ ਦੀ ਮਾਤਾ ਨੇ ਬਹੁਤ ਵਿਰਲਾਪ ਕੀਤਾ ਅਤੇ ਰੋ ਰੋ ਕੇ ਕਿਹਾ, ਮੇਰਾ ਇਹ ਇਕਲੌਤਾ ਪੁੱਤਰ ਹੈ, ਇਹੋ ਹੀ ਮੇਰੇ ਘਰ ਦਾ ਸ਼ਿੰਗਾਰ ਅਤੇ ਅੱਖਾਂ ਦਾ ਚਾਨਣ ਹੈ। ਜੇ ਤੁਸੀਂ ਇਸ ਨੂੰ ਮੇਰੇ ਨਾਲ ਨਾ ਤੋਰੋਗੇ ਤਾਂ ਮੈਂ ਗੰਗਾ 'ਚ ਛਾਲ ਮਾਰ ਕੇ ਆਤਮਘਾਤ ਕਰ ਲਵਾਂਗੀ। ਮਹਾਤਮਾ ਜੀ 'ਤੇ ਇਸ ਰੁਦਨ ਦਾ ਬਹੁਤ ਅਸਰ ਹੋਇਆ ਅਤੇ ਉਹਨਾਂ ਕਿਹਾ, ਬੇਟਾ ਜਾ, ਮਾਤਾ ਦਾ ਕਹਿਣਾ ਮੰਨ ਅਤੇ ਉਹਦਾ ਹਿਰਦਾ ਠੰਡਾ ਕਰ। ਪਰਮਾਤਮਾ ਤੇਰੇ ਅੰਗ ਸੰਗ ਰਹੇਗਾ। ਇਸ 'ਤੇ ਨੌਜਵਾਨ ਬੇਟੇ ਨੇ ਆਪਣੀ ਮਾਤਾ ਦੇ ਚਰਨਾਂ 'ਤੇ ਸਿਰ ਰੱਖ ਰੋ ਰੋ ਕੇ ਕਿਹਾ, ਮਾਤਾ, ਮੈਨੂੰ ਭੋਗਾਂ ਦੇ ਜੀਵਨ ਅਤੇ ਗ੍ਰਸਤ ਦੇ ਝਮੇਲਿਆਂ 'ਚ ਨਾ ਪਾ। ਤੂੰ ਮੈਨਾਵੰਤੀ ਵਰਗੀ ਬਣ ਅਤੇ ਗੋਪੀ ਚੰਦ ਵਾਂਗ ਮੈਨੂੰ ਅਸੀਸ ਦੇ ਕਿ ਮੈਂ ਮੁਕਤੀ ਦੇ ਰਸਤੇ ਦੀ ਭਾਲ ਕਰਾਂ। ਮਾਵਾਂ ਦੇ ਦਿਲ ਨਰਮ ਹੁੰਦੇ ਹਨ। ਮਾਤਾ ਦਾ ਹਿਰਦਾ ਪੰਘਰ ਗਿਆ ਅਤੇ ਪੁੱਤਰ ਨੂੰ ਅਸੀਸ ਦੇ ਕੇ ਮਹਾਤਮਾ ਜੀ ਦੇ ਪਾਸ ਹੀ ਛੱਡ ਆਈ। ਸਾਧੂ ਦੇ ਪਿਤਾ ਗੁਜ਼ਰ ਗਏ ਹਨ। ਮਾਤਾ ਹਰ ਸਾਲ ਇੱਕ ਵੇਰ ਦਰਸ਼ਨ ਨੂੰ ਆਉਂਦੀ ਹੈ। ਮਾਤਾ ਦੇ ਜੀਵਨ 'ਚ ਵੀ ਬਹੁਤ ਤਬਦੀਲੀ ਆ ਗਈ ਹੈ। ਆਪਣਾ ਸਾਰਾ ਸਮਾਂ ਭਜਨ ਅਤੇ ਗਰੀਬਾਂ ਦੀ ਸੇਵਾ 'ਚ ਖਰਚ ਕਰਦੀ ਹੈ। ਇਸ ਦਿਨ ਤੋਂ ਬਾਅਦ ਇਸ ਨੌਜਵਾਨ ਨੇ ਮਹਾਤਮਾ ਪਰਮਹੰਸ ਦੀ ਬਹੁਤ ਸੇਵਾ ਕੀਤੀ। ਮਹਾਤਮਾ ਜੀ ਕੋਈ 2 ਕੁ ਸਾਲ ਦੇ ਬਾਅਦ ਚਲਾਣਾ ਕਰ ਗਏ। ਜਾਂਦੇ ਹੋਏ ਨੌਜਵਾਨ ਦੇ ਸਿਰ 'ਤੇ ਹੱਥ ਰੱਖ ਕੇ ਸਬਰ ਅਤੇ ਸਿਦਕ ਦਾ ਬੂਟਾ ਇਹਦੇ ਅੰਦਰ ਲਾ ਗਏ ਅਤੇ ਇੱਕ ਕਾਲੀ ਕੰਬਲੀ ਸਰੋਪਾ ਵਜੋਂ ਭੇਟ ਕਰ ਗਏ। ਲੋਕਾਂ ਨੂੰ ਨੌਜਵਾਨ ਸਾਧੂ ਦੇ ਨਾਂ ਦਾ ਵੀ ਪਤਾ ਨਹੀਂ। ਸਭ ਲੋਕ ਇਹਨੂੰ ਕੰਬਲੀ ਵਾਲਾ ਕਹਿੰਦੇ ਹਨ। ਮਹਾਤਮਾ ਪਰਮਹੰਸ ਦੀ ਮ੍ਰਿਤੂ ਬਾਅਦ ਕੰਬਲੀ ਵਾਲੇ ਨੇ ਆਪਣੀ ਕੁਟੀਆ ਉੱਪਰ ਲਿਖੇ ਅਸਥਾਨ 'ਤੇ ਬਣਾਈ ਅਤੇ 8 ਸਾਲ ਤੋਂ ਇਸ ਵਿੱਚ ਤਪੱਸਿਆ ਕਰ ਰਿਹਾ ਹੈ। ਉਹ ਕਈ ਵਾਰ ਧਿਆਨ 'ਚ ਐਸਾ ਲੀਨ ਹੋ ਜਾਂਦਾ ਹੈ ਕਿ ਹਫ਼ਤਾ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ। ਲੋਕੀ ਉਹਦੇ ਦਰਸ਼ਨਾਂ ਨੂੰ ਬਹੁਤ ਆਉਂਦੇ ਹਨ। ਜਿਸ ਵੇਲੇ ਲੋਕੀ ਬਹੁਤ ਤੰਗ ਕਰਦੇ ਹਨ ਤਾਂ ਉਹ ਕੁਟੀਆ 'ਚੋਂ ਬਾਹਰ ਨਿਕਲ ਹਿਰਨ ਵਾਂਗ ਛਾਲਾਂ ਮਾਰ ਕੇ ਜੰਗਲ 'ਚ ਲੋਪ ਹੋ ਜਾਂਦਾ ਹੈ। ਉਹ ਸੋਮਵਾਰ ਦੇ ਸੋਮਵਾਰ ਕੇਵਲ 2 ਪਹਿਰ ਲਈ ਜਗਿਆਸੂਆਂ ਨਾਲ ਪਰਮਾਰਥ ਦੀ ਵਿਚਾਰ ਕਰਦਾ ਹੈ। ਉਹ ਅੱਖਾਂ ਆਮ ਤੌਰ 'ਤੇ ਨੀਵੀਆਂ ਰੱਖਦਾ ਹੈ, ਪਰ ਜਿਸ ਵੇਲੇ ਅੱਖਾਂ ਚੁੱਕ ਕੇ ਕਿਸੇ ਵੱਲ ਵੇਖੇ ਤਾਂ ਇੰਨਾ ਤੇਜ਼ ਅਰ ਰਸ ਟਪਕਦਾ ਹੈ ਕਿ ਵੇਖਣ ਵਾਲੇ ਬੇਬਲ ਹੋ ਜਾਂਦੇ ਹਨ। ਕੰਬਲੀ ਵਾਲੇ ਦੇ ਜੀਵਨ 'ਚ ਨੌਜਵਾਨਾਂ ਵਾਲਾ ਇੱਕ ਹੋਰ ਅਚੰਭਾ ਵੀ ਹੈ। ਇਸ ਨੂੰ ਬੰਸਰੀ ਵਜਾਉਣ ਦਾ ਬਹੁਤ ਸ਼ੌਕ ਹੈ। ਚਾਨਣੀਆਂ ਰਾਤਾਂ 'ਚ ਕਦੀ ਬੜੇ ਵਜਦ 'ਚ ਆ ਕੇ ਬੰਸਰੀ ਵਜਾਉਂਦਾ ਹੈ ਅਤੇ ਇੱਕ ਭਜਨ ਅਲਾਪਦਾ ਹੈ। ਇਸ ਭਜਨ ਦੀ ਧਾਰਨਾ ਇਹ ਹੈ, ਮੈਂ ਔਰ ਨਹੀਂ ਤੂੰ ਔਰ ਨਹੀਂ। ਬੰਸਰੀ ਦੀ ਆਵਾਜ਼ ਸੁਣ ਕੇ ਜੰਗਲ ਦੇ ਜਾਨਵਰ ਇਕੱਠੇ ਹੋ ਜਾਂਦੇ ਹਨ। ਇੱਕ ਰਾਤ ਇੱਕ ਸਾਧੂ ਨੇ ਆਪਣੀ ਅੱਖੀਂ ਵੇਖਿਆ ਕਿ ਕੰਬਲੀ ਵਾਲਾ ਆਪਣੀ ਮਸਤੀ 'ਚ ਬੰਸਰੀ ਵਜਾ ਰਿਹਾ ਹੈ ਅਤੇ ਜੰਗਲੀ ਜਾਨਵਰ ਉਹਦੇ ਅੱਗੇ ਪਿੱਛੇ ਘੇਰਾ ਘੱਤ ਕੇ ਖਲੋਤੇ ਹਨ।
ਕੁਝ ਚਿਰ ਬਾਅਦ ਬੰਸਰੀ ਹੱਥੋਂ ਡਿੱਗ ਪਈ ਅਰ ਨਾਚ ਸ਼ੁਰੂ ਹੋ ਗਿਆ। ਮੈਂ ਔਰ ਨਹੀਂ, ਤੂੰ ਔਰ ਨਹੀਂ ਦੀ ਧਾਰਨਾ ਸਭ ਜਾਨਵਰਾਂ ਨੂੰ ਮੋਹਿਤ ਤੇ ਜੰਗਲ 'ਚ ਇੱਕ ਧੁਨੀ ਪੈਦਾ ਕਰ ਰਹੀ ਸੀ। ਇਸ ਕੰਬਲੀ ਵਾਲੇ ਦੀ ਸੁਗੰਧੀ ਨੇ ਇਸ ਮਹਾਰਮਣੀਕ ਥਾਂ ਨੂੰ ਅਤੀ ਰਸੀਲਾ ਤੇ ਪੂਜਨੀਕ ਬਣਾ ਦਿੱਤਾ ਹੈ। अंग दूसरा। जो आग बुझाई यत्नों से उसको सुलगाने आते हो। ਅੱਜ ਹਰਿਦੁਆਰ ਵਿੱਚ ਗਹਿਮਾ ਗਹਿਮ ਹੈ। ਪਾਂਡਿਆਂ ਦੀ ਮਾਨੋ ਈਦ ਹੈ। ਇੱਕ ਨੌਜਵਾਨ ਵਿਧਵਾ ਬੀਬੀ ਨੇ ਅੱਜ ਯੱਗ ਕੀਤਾ ਹੈ। ਇਹ ਬੀਬੀ ਹਰ ਸਾਲ ਇੱਕ ਬੜਾ ਭਾਰਾ ਯੱਗ ਕਰਦੀ ਹੈ। ਇਹਦਾ ਪਤੀ ਅੰਮ੍ਰਿਤਸਰ ਦਾ ਇੱਕ ਵੱਡਾ ਸੇਠ ਸੀ। ਉਹਦੇ ਘਰ ਔਲਾਦ ਨਹੀਂ ਸੀ। ਆਖਰੀ ਉਮਰ 'ਚ ਇਸ ਬੀਬੀ ਨਾਲ ਵਿਆਹ ਕੀਤਾ, ਪਰ ਵਿਆਹ ਕਰਨ ਦੇ ਕੁਝ ਮਹੀਨਿਆਂ ਬਾਅਦ ਹੀ ਉਹ ਸੁਰਗਵਾਸ ਹੋ ਗਿਆ। ਬੀਬੀ ਪਾਸ ਲਗਭਗ 25 ਲੱਖ ਰੁਪਏ ਦੀ ਜਾਇਦਾਦ ਹੈ। 50,000 ਦੇ ਕਰੀਬ ਸਾਲਾਨਾ ਆਮਦਨ ਹੈ। ਬੀਬੀ ਬੜੀ ਦਾਨੀ ਤੇ ਧਰਮਾਤਮਾ ਹੈ ਤੇ ਸਾਰੀ ਦੀ ਸਾਰੀ ਆਮਦਨ ਪੁੰਨਦਾਨ 'ਚ ਲਾ ਦਿੰਦੀ ਹੈ। ਇੱਕ ਯੱਗ ਤੇ 25,000 ਰੁਪਇਆ ਖਰਚ ਆ ਜਾਂਦਾ ਹੈ। ਅੱਜ ਸਵੇਰੇ 8 ਵਜੇ ਤੋਂ ਪੂਰੀ ਕੜਾਹ ਆਦਿਕ ਵਸਤੂਆਂ ਵੰਡੀਣੀਆਂ ਸ਼ੁਰੂ ਹੋ ਗਈਆਂ। ਸਭ ਪਾਂਡੇ ਤੇ ਯਾਤਰੂ ਰਿਖੀਕੇਸ਼ ਤੋਂ ਲੈ ਕੇ ਕਨਖਲ ਤੱਕ ਦੇ ਸਾਧੂ ਖੂਬ ਗੱਫੇ ਲਾਉਂਦੇ ਰਹੇ। 2 ਕੁ ਵਜੇ ਬੀਬੀ ਹੀਰਾਂ ਦੇਈ ਆਪਣੀਆਂ 2 ਦਾਸੀਆਂ ਸਣੇ ਆਈ ਤੇ ਹਰ ਕੀ ਪੌੜੀ ਤੇ ਇਸ਼ਨਾਨ ਕਰਕੇ ਯੱਗ ਵਾਲੀ ਥਾਂ ਤੇ ਪਹੁੰਚੀ। ਹਰ ਪਾਸਿਓਂ ਇਹ ਆਵਾਜ਼ ਆਉਂਦੀ ਸੀ, ਧੰਨ ਬੀਬੀ ਹੀਰਾਂ ਦੇਈ, ਧੰਨ ਬੀਬੀ ਹੀਰਾਂ ਦੇਈ। ਬੀਬੀ ਨੇ ਪੁੱਛਿਆ, ਸਾਰੇ ਸਾਧੂ ਪ੍ਰਸ਼ਾਦ ਛਕ ਗਏ ਹਨ? ਪਾਂਡਿਆਂ ਨੇ ਆਖਿਆ, ਹਾਂਜੀ। ਪਰ ਦੂਰੋਂ ਇੱਕ ਆਵਾਜ਼ ਆਈ, ਬੀਬੀ ਤੇਰਾ ਯੱਗ ਸੰਪੂਰਨ ਨਹੀਂ ਹੋਇਆ। ਬੀਬੀ ਉਸ ਆਦਮੀ ਵੱਲ ਗਈ, ਕਿਉਂ ਬਾਬਾ, ਯੱਗ 'ਚ ਕੀ ਊਣਤਾਈ ਰਹਿ ਗਈ ਏ? ਬੁੱਢੇ ਨੇ ਕਿਹਾ, ਬੀਬੀ ਹਿਮਾ ਕਰਨੀ, ਇਸ ਭੂਮੀ 'ਚ ਇੱਕ ਮਹਾਰਿਖੀ ਤੇ ਉੱਤਮ ਵਿਅਕਤੀ ਰਹਿੰਦਾ ਹੈ। ਉਸਨੇ ਤੁਹਾਡੇ ਯੱਗ ਵਿੱਚੋਂ ਪ੍ਰਸ਼ਾਦ ਤੱਕ ਨਹੀਂ ਲਿਆ। ਬੀਬੀ ਨੇ ਪੁੱਛਿਆ, ਉਹ ਕੌਣ ਹੈ ਤੇ ਕਿੱਥੇ ਰਹਿੰਦਾ ਹੈ, ਅਰ ਪ੍ਰਸ਼ਾਦ ਛਕਣ ਕਿਉਂ ਨਹੀਂ ਆਇਆ? ਬਾਬੇ ਨੇ ਜਵਾਬ ਦਿੱਤਾ, ਉਹਨੂੰ ਕੰਬਲੀ ਵਾਲਾ ਕਹਿੰਦੇ ਹਨ। ਇਸ ਥਾਂ ਤੋਂ 8 ਕੁ ਮੀਲ ਉਤਾਂ ਵੱਲ ਰਾਮ ਗੰਗਾ ਦੇ ਸੰਗਮ ਦੇ ਲਾਗੇ ਇੱਕ ਛੋਟੀ ਜਿਹੀ ਕੁਟੀਆ 'ਚ ਰਹਿੰਦਾ ਹੈ। ਉਹ ਕਿਸੇ ਆਸ਼ਰਮ, ਲੰਗਰ ਜਾਂ ਯੱਗ ਵਿੱਚ ਪ੍ਰਸ਼ਾਦ ਲੈਣ ਨਹੀਂ ਜਾਇਆ ਕਰਦਾ। ਬੀਬੀ ਨੇ ਆਖਿਆ, ਅੱਛਾ ਫਿਰ ਅੱਜ ਯੱਗ ਸੰਪੂਰਨ ਕਰਕੇ ਹੀ ਪ੍ਰਸ਼ਾਦ ਛਕਾਂਗੀ। ਇਹ ਕਹਿ ਕੇ ਉਹਨੇ ਵੱਡਾ ਸਾਰਾ ਥਾਲ ਪਰੋਸਿਆ ਤੇ ਦਾਸੀਆਂ ਨੂੰ ਨਾਲ ਲੈ ਕੇ ਟਾਂਗੇ 'ਤੇ ਸਵਾਰ ਹੋ ਕੇ ਉਸ ਥਾਂ ਵੱਲ ਤੁਰ ਪਈ। ਕੁਟੀਆ ਪਾਸ ਪਹੁੰਚੀ, ਥਾਲ ਭੇਟਾ ਰੱਖ ਕੇ ਮਹਾਤਮਾ ਜੀ ਅੱਗੇ ਮੱਥਾ ਟੇਕਿਆ। ਇੱਕ ਕਾਨਿਆਂ ਦੀ ਕੱਚੀ ਕੁਟੀਆ ਸੀ, ਜਿਸ ਵਿੱਚ 2 ਚਟਾਈਆਂ ਤੇ ਇੱਕ ਚਿੱਪੀ ਪਈ ਸੀ। ਇੱਕ ਚਟਾਈ 'ਤੇ ਖੂਬਸੂਰਤ ਜਵਾਨ ਕੰਬਲੀ ਵਾਲਾ ਸਾਧੂ ਅੱਖਾਂ ਮੀਟ ਕੇ ਬੈਠਾ ਸੀ। ਬੀਬੀ ਹੀਰਾਂ ਦੇਈ ਤੇ ਉਹਦੀਆਂ ਦਾਸੀਆਂ ਕੋਈ ਘੰਟਾ ਕੁ ਉਡੀਕਦੀਆਂ ਰਹੀਆਂ, ਪਰ ਮਹਾਤਮਾ ਦੀਆਂ ਅੱਖਾਂ ਨਾ ਖੁੱਲ੍ਹੀਆਂ। ਇੰਝ ਜਾਪਦਾ ਸੀ ਜਿਸ ਤਰ੍ਹਾਂ ਉਹਦੀ ਆਤਮਾ ਸਰੀਰ ਤੋਂ ਨਿਕਲ ਕੇ ਕਿਸੇ ਹੋਰ ਥਾਂ 'ਤੇ ਜਾ ਸਥਿਤ ਹੋਈ ਹੈ। 1.25 ਘੰਟੇ ਪਿੱਛੋਂ ਨੌਜਵਾਨ ਮਹਾਤਮਾ ਦੀਆਂ ਅੱਖਾਂ ਸਹਿਜੇ ਸਹਿਜੇ ਖੁੱਲ੍ਹੀਆਂ। ਅੱਖਾਂ 'ਚ ਇੰਨਾ ਨੂਰ ਸੀ ਕਿ ਵੇਖ ਕੇ ਬੀਬੀ ਹੀਰਾਂ ਦੇਈ ਦੀਆਂ ਅੱਖਾਂ ਚੁੰਧਿਆ ਗਈਆਂ। ਉਹਦੇ ਮਨ ਉੱਤੇ ਡੂੰਘਾ ਅਸਰ ਹੋਇਆ। ਉਸਨੂੰ ਇਉਂ ਜਾਪਿਆ ਜਿਵੇਂ ਕੰਬਲੀ ਵਾਲਾ ਉਹਦੇ ਲੂੰ 'ਚ ਧੱਸ ਗਿਆ ਹੈ। ਬੀਬੀ ਗੁੰਮ ਹੋ ਗਈ। ਕੋਈ 15 ਕੁ ਮਿੰਟ ਨਾ ਕੁਝ ਮਹਾਤਮਾ ਜੀ ਬੋਲੇ ਤੇ ਨਾ ਹੀ ਕੁਝ ਬੀਬੀ ਦੇ ਮੂੰਹੋਂ ਨਿਕਲ ਸਕਿਆ। ਆਖਰ ਇੱਕ ਦਾਸੀ ਅੱਗੇ ਆਈ ਤੇ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਜੀ, ਹੀਰਾਂ ਦੇਈ ਨੇ ਅੱਜ ਹਰਿਦੁਆਰ 'ਚ ਇੱਕ ਯੱਗ ਕੀਤਾ ਹੈ। ਆਪ ਪਾਸ ਵੀ ਪ੍ਰਸ਼ਾਦ ਲੈ ਕੇ ਹਾਜ਼ਰ ਹੋਏ ਹਾਂ। ਆਪ ਵੀ ਕਿਰਪਾ ਕਰਕੇ ਭੋਜਨ ਪਾਨ ਕਰੋ ਤੇ ਯੱਗ ਨੂੰ ਸੰਪੂਰਨ ਕਰੋ। ਮਹਾਤਮਾ ਜੀ ਬਿਨਾਂ ਕਿਸੇ ਜਵਾਬ ਦਿੱਤੇ ਬਾਹਰ ਚਲੇ ਗਏ ਔਰ 15 ਕੁ ਮਿੰਟ ਪਿੱਛੋਂ ਹੱਥ ਮੂੰਹ ਧੋ ਕੇ ਵਾਪਸ ਆਏ। ਇੰਨੇ ਚਿਰ 'ਚ ਬੀਬੀ ਹੀਰਾਂ ਦੇਈ ਨੇ ਆਪਣੀ ਹੱਥੀਂ ਸਾਰੀ ਕੁਟੀਆ ਨੂੰ ਸਾਫ਼ ਕੀਤਾ ਤੇ ਆਪਣੀ ਰੇਸ਼ਮੀ ਚੱਦਰ ਸਿਰ ਤੋਂ ਉਤਾਰ ਕੇ ਮਹਾਤਮਾ ਜੀ ਦੀ ਚਟਾਈ ਉੱਤੇ ਵਿਛਾ ਦਿੱਤੀ। ਮਹਾਤਮਾ ਜੀ ਕੁਟੀਆ 'ਚ ਵੜਦੇ ਹੀ ਕਹਿਣ ਲੱਗੇ, हे प्रभु, आप आज ये रूप धार कर आए हैं। फिर बीबी वाल तक के कहने लगे, बीबी अपनी रेशमी चादर उठा लीजिए, हम साधु हैं, हमारे लिए चटाई ही बड़ा बिस्तर है।
ਬੀਬੀ ਨੇ ਹੱਥ ਜੋੜੇ ਤੇ ਹੌਸਲਾ ਕਰਕੇ ਕਿਹਾ, ਇਹ ਮੇਰੀ ਗਰੀਬ ਦੀ ਭੇਟਾ ਹੈ, ਆਪ ਇਸ ਨੂੰ ਸਵੀਕਾਰ ਕਰੋ ਤੇ ਮੇਰੇ ਇਸ ਤੁੱਛ ਭੋਜਨ ਦਾ ਸੇਵਨ ਕਰੋ। ਮਹਾਤਮਾ ਜੀ ਮੁਸਕਰਾਏ ਤੇ ਕਹਿਣ ਲੱਗੇ, ਅੱਛਾ ਬੀਬੀ, ਪਰਮਾਤਮਾ तुम्हारी ਇੱਛਾ ਪੂਰੀ ਕਰੇ। ਇਹ ਕਹਿ ਕੇ ਚਾਦਰ ਤੇ ਬੈਠ ਗਏ ਤੇ ਇੱਕ ਪੂਰੀ ਤੇ ਥੋੜ੍ਹਾ ਜਿਹਾ ਕੜਾਹ ਹੱਥ ਵਿੱਚ ਲਿਆ। ਬੀਬੀ ਨੇ ਜ਼ਿੱਦ ਕੀਤੀ ਕਿ ਛਕੋ ਜਿੰਨਾ ਆਪਦਾ ਜੀ ਚਾਹੇ, ਪਰ ਛਕੋ ਥਾਲ ਵਿੱਚ ਹੀ। ਮਹਾਤਮਾ ਜੀ ਮੰਨ ਗਏ ਤੇ ਉਹਨਾਂ ਦੇ ਛਕਣ ਤੋਂ ਬਾਅਦ ਬੀਬੀ ਨੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਥਾਲ ਚੁੱਕ ਕੇ ਬਾਹਰ ਆ ਗਈ। ਰਾਮ ਗੰਗਾ ਦੇ ਕੰਢੇ ਆ ਹੱਥ ਮੂੰਹ ਧੋਏ ਸੀਤ ਪ੍ਰਸ਼ਾਦ ਛਕਿਆ। ਜਿਸ ਤਰ੍ਹਾਂ ਦਾ ਸਵਾਦ ਇਸ ਪ੍ਰਸ਼ਾਦ ਦਾ ਬੀਬੀ ਨੂੰ ਆਇਆ, ਉਹ ਜਿਹਾ ਸਾਰੀ ਉਮਰ 'ਚ ਕਦੀ ਨਹੀਂ ਆਇਆ ਸੀ। ਇਸ ਨੇ ਤਬੀਅਤ 'ਚ ਖੇੜਾ, ਮਨ 'ਚ ਸ਼ਾਂਤੀ ਤੇ ਸਰੀਰ 'ਚ ਚੁਸਤੀ ਪੈਦਾ ਕੀਤੀ। ਇਸ ਤੋਂ ਉਪਰੰਤ ਤਿੰਨੇ ਜਣੀਆਂ ਟਾਂਗੇ ਤੇ ਚੜ੍ਹ ਆਪਣੇ ਅਸਥਾਨ ਹਰਿਦੁਆਰ ਆ ਗਈਆਂ। ਹੀਰਾਂ ਦੇਈ ਦੇ ਮਨ ਦੀ ਅਵਸਥਾ ਅੱਜ ਕੁਝ ਬਹੁਤ ਅਨੋਖੀ ਸੀ। ਇਹੋ ਜਿਹੀ ਰਾਤ ਉਹਨੇ ਆਪਣੀ ਉਮਰ 'ਚ ਅੱਗੇ ਕਦੀ ਨਹੀਂ ਸੀ ਗੁਜ਼ਾਰੀ। ਅੱਖਾਂ ਮੀਟਦਿਆਂ ਹੀ ਕੰਬਲੀ ਵਾਲੇ ਸਾਧੂ ਦੀ ਤਸਵੀਰ ਅੱਖਾਂ ਅੱਗੇ ਆ ਜਾਏ ਤੇ ਰੋਮ ਰੋਮ 'ਚ ਇੱਕ ਐਸੀ ਝਰਨਾਹਟ ਛਿੜੇ ਜਿਸ ਵਿੱਚ ਸ਼ਾਂਤੀ, ਹੁਲਾਸ, ਕੁਝ ਚਾਅ ਤੇ ਫਿਕਰ ਮਿਲੇ ਹੋਏ ਸਨ। ਹੀਰਾਂ ਦੀ ਸਾਰੀ ਰਾਤ ਇਸੇ ਤਰ੍ਹਾਂ ਕੁਝ ਸੋਚਾਂ 'ਚ, ਕੁਝ ਸੁਪਨਿਆਂ ਤੇ ਕੁਝ ਅਰਦਾਸਾਂ ਕਰਦਿਆਂ ਗੁਜ਼ਰੀ। ਸਵੇਰੇ ਉੱਠੀ, ਇਸ਼ਨਾਨ ਕਰਕੇ ਆਪਣੇ ਹੱਥੀਂ ਭੋਜਨ ਤਿਆਰ ਕੀਤਾ ਤੇ ਥਾਲ ਸਿਰ 'ਤੇ ਰੱਖ ਕੇ ਇੱਕ ਗੋਲੀ ਨਾਲ ਲੈ ਕੇ ਨੰਗੇ ਪੈਰੀਂ ਕੰਬਲੀ ਵਾਲੇ ਦੀ ਕੁਟੀਆ ਵੱਲ ਤੁਰ ਪਈ। ਕੋਈ 12 ਵਜੇ ਕਰੀਬ ਕੁਟੀਆ 'ਚ ਪਹੁੰਚੀ। ਕੀ ਵੇਖਦੀ ਹੈ ਕਿ ਮਹਾਤਮਾ ਜੀ ਸਮਾਧੀ ਸਥਿਤ ਹਨ। ਮੂੰਹ 'ਤੇ ਲਾਲੀ ਹੈ, ਬੁੱਲ ਕਦੀ ਕਦੀ ਫਰਕਦੇ ਹਨ, ਪਰ ਆਤਮਾ ਕਿਸੇ ਹੋਰ ਦੇਸ਼ ਦੀ ਸੈਰ ਕਰ ਰਹੀ ਹੈ। ਘੰਟਾ ਬੀਤਿਆ, 2 ਬੀਤੇ, 3 ਬੀਤੇ, ਪਰ ਮਹਾਤਮਾ ਜੀ ਦੀਆਂ ਅੱਖਾਂ ਨਾ ਖੁੱਲ੍ਹੀਆਂ। ਆਖਿਰ ਬੀਬੀ ਨੇ ਉਹਨਾਂ ਦੇ ਚਰਨ ਘੁੱਟਣੇ ਸ਼ੁਰੂ ਕੀਤੇ। ਅੱਖਾਂ ਖੁੱਲ੍ਹਣ, ਫਿਰ ਮਿਟ ਜਾਵਣ, 2-3 ਵਾਰੀ ਖੁੱਲ੍ਹੀਆਂ, 2-3 ਵਾਰੀ ਬੰਦ ਹੋਈਆਂ। ਆਖਰ 'ਚ ਘਬਰਾਹਟ ਦੀ ਆਵਾਜ਼ ਨਾਲ ਮਹਾਤਮਾ ਜੀ ਨੇ ਆਖਿਆ, ਪ੍ਰਭੂ ਹਮਕੋ ਇਸ ਇम्तिहान में ना डाल। फिर बीबी वाल मुँह करके कहने लगे, बीबी हम साधु हैं, हमारे पास औरतों का आना ठीक नहीं। जो आग बुझाई यत्नों से उसको सुलगाने आते हो। ਬੀਬੀ ਨੇ ਹੱਥ ਜੋੜ ਕੇ ਤੇ ਮੱਥਾ ਟੇਕ ਕੇ ਕਿਹਾ, ਮਹਾਤਮਾ ਜੀ ਮੈਂ ਆਪ ਦੀ ਦਾਸੀ ਹਾਂ ਤੇ ਆਪ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਕਰਨਾ ਚਾਹੁੰਦੀ ਹਾਂ। ਮੈਂ ਆਪ ਜੀ ਦੇ ਪਾਸ ਕਿਸੇ ਵਰ ਜਾਂ ਕਿਸੇ ਦੁਨਿਆਵੀ ਵਾਸ਼ਨਾ ਦੇ ਪੂਰਾ ਕਰਨ ਲਈ ਨਹੀਂ ਆਉਂਦੀ। ਸਾਧੂ ਦੀ ਸੇਵਾ ਕਰਨਾ ਗ੍ਰਸਤੀ ਦਾ ਫਰਜ਼ ਹੈ। ਇਸੇ ਵਿੱਚ ਉਸ ਨੂੰ ਆਨੰਦ ਦੀ ਪ੍ਰਾਪਤੀ ਤੇ ਇਸੇ ਵਿੱਚ ਉਹਦਾ ਕਲਿਆਣ ਹੈ। ਇਸੇ ਫਰਜ਼ ਦੀ ਪੂਰਤੀ ਲਈ ਮੈਂ ਆਪ ਦੇ ਚਰਨਾਂ 'ਚ ਹਾਜ਼ਰ ਹੁੰਦੀ ਹਾਂ। ਮਹਾਤਮਾ ਜੀ ਪ੍ਰਸ਼ਾਦ ਦਾ ਸੇਵਨ ਕਰੋ ਤੇ ਮੈਨੂੰ ਇਹ ਅਸੀਸ ਦਿਓ ਕਿ ਮੈਂ ਆਪ ਦੀ ਸੇਵਾ 'ਚ ਵੱਧ ਤੋਂ ਵੱਧ ਸਮਾਂ ਬਿਤਾਵਾਂ। ਮਹਾਤਮਾ ਦੀ ਰੁਚੀ ਬਦਲੀ, ਚਿਹਰੇ 'ਤੇ ਮੁਸਕਰਾਹਟ ਆ ਗਈ ਤੇ ਪ੍ਰਸ਼ਾਦ ਛਕਿਆ। ਸੀਤ ਪ੍ਰਸ਼ਾਦ ਬੀਬੀ ਨੇ ਆਪ ਗ੍ਰਹਿਣ ਕੀਤਾ ਤੇ ਥਾਲ ਲੈ ਆਪਣੇ ਅਸਥਾਨ ਨੂੰ ਵਾਪਸ ਆ ਗਈ। ਧੰਨਵਾਦ।